ਬਿੱਲ ਦਿੰਦਾ ਤੁਹਾਨੂੰ? ਕੋਈ ਬਿੱਲ ਨਹੀਂ ਦਿੰਦਾ ਭਾਜੀ। ਅਸੀਂ ਇਹਨਾਂ ਰਿਟਰਨ 'ਚ ਪਰਚੀ ਦੇ ਕੋਈ ਬਿੱਲ ਨਹੀਂ ਦਿੰਦਾ। ਕਹਿੰਦਾ 1500 ਹੀ ਪਾਸ ਹੋਇਆ ਉਹਦਾ ਰੱਖ ਲੈਂਦਾ। ਦਵਾਈ 200 ਜਾਂ 300 ਦੀ 1800 ਦਾ ਤੇ 12 1350 ਦਾ। अंदर 1800 रुपये का इंजेक्शन और बाहर से जो इंजेक्शन वो 1300 रुपये का मिल रहा है। मेरा सिंपल सवाल है, ਤੁਹਾਡੇ ਕੋਲ ਪਰਚੀ ਲੈ ਕੇ ਪੇਸ਼ੈਂਟ ਆਂਦਾ ਹੈ, ਤੁਸੀਂ ਉਹਨੂੰ ਬਿੱਲ ਕਿਉਂ ਨਹੀਂ ਦਿੰਦੇ ਜਾਂ ਉਹਨੂੰ ਲਿਖ ਕੇ ਕਿਉਂ ਨਹੀਂ ਦਿੰਦੇ ਵੀ ਤੇਰੀ ਦਵਾਈ ਕਿੰਨੇ ਦੀ ਹੈ? ਸਰ ਮੈਂ ਤਾਂ ਜਿਵੇਂ ਹੁਣ ਮੈਂ ਤਾਂ ਅਸੀਂ ਕਸਟਮਰ ਨੂੰ ਸੈਟੀਸਫਾਈਡ ਕਰੀਦਾ ਹੀ ਭਾਈ ਇਹ ਤੁਹਾਡੀ ਇੰਨੇ ਤੱਕ ਦੀ ਦਵਾਈ ਆ। ਜੇ ਉੱਪਰ ਲੱਗਦੇ ਆ ਪੈਸੇ ਅਸੀਂ ਉਹਨਾਂ ਕੋਲ ਲੈ ਲੈਂਦੇ ਆ। ਜੇ ਸਾਡੇ ਕੋਲ ਕੋਈ ਬਿੱਲ ਮੰਗਦਾ ਤੇ ਅਸੀਂ ਕਹਿੰਦੇ ਸਰ ਤੁਹਾਨੂੰ 1500 ਤੱਕ ਦਾ ਬਿੱਲ ਨਹੀਂ ਮਿਲੇਗਾ। 1500 ਰੁਪਏ ਤੁਸੀਂ ਪਰ ਡੇ ਜਿਹੜਾ ਆਯੁਸ਼ਮਾਨ ਦੇ ਪੇਸ਼ੈਂਟ ਨੂੰ ਗਵਰਨਮੈਂਟ ਦਿੰਦੀ ਹੈ, ਤੇ ਪੇਸ਼ੈਂਟ ਨੂੰ ਕੀ ਪਤਾ ਲੱਗੇਗਾ ਇਹ ਪੇਸ਼ੈਂਟ ਨੂੰ 300 ਰੁਪਏ ਦੀ ਦਵਾਈ ਦੇ ਰਿਹਾ ਜਾਂ ਪੇਸ਼ੈਂਟ ਨੂੰ ਇਹ 200 ਦੀ ਦਵਾਈ ਦੇ ਰਿਹਾ ਜਾਂ 1500 ਦੀ ਦਵਾਈ ਦੇ ਰਿਹਾ? ਬਿਲਕੁਲ ਦੇਣਾ ਚਾਹੀਦਾ ਜੀ। ਜੇ ਨਹੀਂ ਦੇ ਰਿਹਾ ਤੇ ਗਲਤ ਚੀਜ਼ ਹੈਗੀ। ਇਹ ਸਾਡੇ ਕੋ ਅਸੀਂ ਤਾਂ ਵੈਸੇ ਇਹਨੂੰ ਆਥੋਰਾਈਜ਼ ਨਹੀਂ ਕੀਤਾ ਹੋਇਆ ਕਿ ਤੁਹਾਨੂੰ ਲੈਣੀ ਚਾਹੀਦੀ ਹੈ ਦਵਾਈ। ਪ੍ਰੈਮਿਸਿਸ 'ਚ ਬੈਠਾ ਤੇ ਪ੍ਰੈਮਿਸਿਸ ਦਾ ਮਿਸਯੂਜ਼ ਕਰ ਰਿਹਾ ਦਾ ਮਤਲਬ ਹੈ? ਬਿਲਕੁਲ ਮਿਸਯੂਜ਼ ਕਰ ਰਿਹਾ ਜੀ। ਅਸੀਂ ਤਾਂ ਇਹਦੇ ਉੱਤੇ ਕੇਸ ਕੀਤਾ ਹੋਇਆ ਇਸੇ ਕਰਕੇ। D4 न्यूज़ देख रहे तमाम दोस्तों को दीपक भंडारी का नमस्कार। आज हम पहुंचे हैं गुरु नानक देव अस्पताल में। आप ये देख सकते हैं ये एक मरीज़ है जिसके पास आयुष्मान का कार्ड भी है। यहाँ पर पंजाब सरकार की ओर से ये सुविधा दी गई है कि मरीज़ को 5 लाख रुपए तक का इलाज जो दिया जा सकता है, या आयुष्मान कार्ड भी दे सकते हैं। हर दिन की 1500 रुपये की दवाई भी इसे दी जानी है। लेकिन यहाँ पर कुछ दवा माफिया ऐसा फैला हुआ है जो मरीजों का शोषण कर रहे हैं। दवा तो उन्हें 300 रुपये की दी जाती है और बिल भी नहीं दिया जाता, और 1500 रुपया सरकार से हर रोज़ का लिया जा रहा है। इसमें कौन कौन लोग शामिल हैं ये हमसे बात करेंगे। कितने का दाखिल है पेशेंट ਤੁਹਾਡਾ? ਹਾਂਜੀ 16 ਤਰੀਕ ਦਾ ਪੇਸ਼ੈਂਟ ਦਾਖਲ ਹੈ ਤੇ 16 ਤਰੀਕ ਦਾ ਪੇਸ਼ੈਂਟ ਦਾਖਲ ਹੈ। ਕੀ ਨਾਂ ਤੁਹਾਡਾ? ਮੇਰਾ ਲਖਵਿੰਦਰ ਸਿੰਘ। ਤੇ ਕਿੱਥੋਂ ਲੈਂਦੇ ਸੀ ਦਵਾਈ? ਅਸੀਂ ਆ ਸਟੋਰ ਤੋਂ ਅੰਦਰੋਂ ਅੰਦਰ ਜਿਹੜਾ ਸਟੋਰ ਹੈ। ਸਿਵਲ ਸਿਵਲ ਹਸਪਤਾਲ। ਬਿੱਲ ਦਿੰਦਾ ਤੁਹਾਨੂੰ? ਕੋਈ ਬਿੱਲ ਨਹੀਂ ਦਿੰਦਾ ਭਾਜੀ। ਅਸੀਂ ਇਹਨਾਂ ਰਿਟਰਨ 'ਚ ਪਰਚੀ ਦੇ ਕੋਈ ਬਿੱਲ ਨਹੀਂ ਦਿੰਦਾ। ਕਹਿੰਦਾ 1500 ਹੀ ਪਾਸ ਹੋਇਆ ਉਹਦਾ ਰੱਖ ਲੈਂਦਾ। ਦਵਾਈ 200 ਜਾਂ 300 ਦੀ ਬਿੱਲ ਰੱਖ ਲੈਂਦੇ ਸਰਕਾਰ ਵੱਲੋਂ। 1500 ਦਵਾਈ ਨਹੀਂ, ਬਿੱਲ ਨਹੀਂ ਦਿੰਦੇ ਤੁਹਾਨੂੰ? ਕੋਈ ਬਿੱਲ ਨਹੀਂ ਦਿੰਦੇ ਹਨ। ਕੋਈ ਅਸੀਂ ਕਹਿੰਦੇ ਤੁਹਾਨੂੰ ਕੀ ਪਤਾ ਦਵਾਈ 200 ਦੀ ਕਿ 1500 ਰੁਪਏ ਦੀ? ਸਾਨੂੰ ਕੁਛ ਨਹੀਂ ਪਤਾ ਸਰ। ਉਹ ਜਿਹੜਾ ਉਹ ਪਰਚੀ ਦਿਖਾਓ ਜਰਾ। ਸਰਕਾਰ 1500 ਵੀ ਪਾਸ ਕਰਦੀ ਪਈ ਆ। ਅਸੀਂ ਕਹਿੰਦੇ ਰਿਟਰਨ 'ਚ ਸਾਨੂੰ ਬਿੱਲ ਦਿਓ। ਤੁਹਾਡਾ 1500 ਦੇਣ ਦੇ ਦਵਾਈ ਦੇਣ ਦੇ 1500 ਹੀ ਸਾਨੂੰ ਪਤਾ ਮਰੀਜ਼ 1500 ਦਵਾਈ ਮਿਲਦੀ ਪਈ ਆ। ਦਵਾਈ 200 ਦੀ ਤਾਂ ਸਰਕਾਰ ਵੱਲੋਂ 1500 ਪਾਸ ਹੋਣ ਡਿਆ। ਇਹ ਸਾਰੇ ਰਲੇ ਆ ਖਾਣ ਡੇ ਸਰਕਾਰ ਨੂੰ। ये आप देख सकते हैं कि ये इस पर्ची के ऊपर इन्होंने दवाई ली और कुछ दवाइयों के ऊपर क्रॉस कर दिया गया है कि ये दवाइयाँ यहाँ से नहीं हैं, ये दवाइयाँ बाहर से हैं, और ये दवा बाकी कितने की है ये भी समझ से परे है। मामला जो है अधिकारियों के पास जा पहुँचा है। शायद इसके ऊपर कोई कंट्रोल नहीं है। ਠੀਕ ਹੈ ਸਾਨੂੰ 1350 ਦਾ ਮਿਲਦਾ ਪਿਆ। 1800 ਦਾ ਤੇ 12 1350 ਦਾ। अंदर 1800 रुपये का इंजेक्शन और बाहर से जो इंजेक्शन वो 1300 रुपये का मिल रहा है। 1350 ਰੁਪਏ ਦਾ। शिकायत की थी कितने? ਕਿੱਥੇ ਅਸੀਂ ਕੀਤੀ? ਕਹਿੰਦੇ ਸਾਡੇ ਕੋਲ ਲੈ ਜਾਓ। ਜੇ ਅਸੀਂ ਦੱਸਿਆ ਤੇ ਫਿਰ ਕਹਿੰਦੇ ਸਾਡੇ ਕੋਲ ਲੈ ਜਾਓ। ਫਿਰ ਕਹਿੰਦੇ ਅਸੀਂ ਦੇ ਦਿੰਦੇ। बात करेंगे उस दुकानदार से भी उसका क्या कहना है। ਮੇਰਾ ਆਦਰਸ਼ ਅਦਰ ਜੀ ਤੂੰ ਜਿਹੜਾ ਆਯੁਸ਼ਮਾਨ ਦਾ ਬਿੱਲ ਆਂਦਾ ਇੱਥੇ ਮਰੀਜ਼ ਆਂਦਾ ਦਵਾਈ ਲੈਣ, ਤੁਸੀਂ ਬਿੱਲ ਨਹੀਂ ਦਿੰਦੇ ਉਹਨਾਂ ਨੂੰ? ਸਰ ਉਹਨਾਂ ਦੇ ਬਿੱਲ ਉਹਨਾਂ ਨੇ ਜਾਂ ਤਾਂ ਪੇਮੈਂਟ ਕਰਨੀ ਹੋਵੇ ਤੇ ਬਿੱਲ ਦੀ ਹੈ ਨਾ। ਬਿੱਲ ਤੇ ਗਵਰਨਮੈਂਟ ਨੂੰ ਜਾਣਾ ਉਹਨਾਂ ਦਾ ਸਾਰਾ। ਨਹੀਂ, ਪਰ ਪੇਸ਼ੈਂਟ ਨੂੰ ਕੀ ਪਤਾ ਵੀ ਲੱਗਦਾ ਵੀ ਤੁਸੀਂ ਦਵਾਈ 500 ਦੀ ਦਿੱਤੀ ਕਿ ਜਾਂ ਤੁਸੀਂ 2000 ਦੀ ਦਵਾਈ ਦਿੱਤੀ? ਸਰ ਉਹ ਤੇ ਜਦੋਂ ਗਵਰਨਮੈਂਟ ਨੂੰ ਜਾਣਾ ਉਹਨਾਂ ਦਾ ਸਰ ਸੀਆਰ ਨੇ ਜਿਹੜਾ ਨੰਬਰ ਹੁੰਦਾ ਨਾ ਉਹਦੇ 'ਚ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਹਾਂ ਵੀ ਸਾਡੀ ਇੰਨੀ ਦੀ 1500 ਦੀ ਪਾਸ ਹੋਈ ਆ ਤੇ ਸਾਡੀ ਇੰਨਾ ਬਿੱਲ ਬਣਿਆ, ਉਹ ਇੰਨੇ ਤੱਕ ਹੀ ਪੇਮੈਂਟ ਜਾਣੀ ਉਹਨਾਂ ਦੀ। ਨਹੀਂ, ਮੇਰਾ ਸਿੰਪਲ ਸਵਾਲ ਹੈ, ਤੁਹਾਡੇ ਕੋਲ ਪਰਚੀ ਲੈ ਕੇ ਪੇਸ਼ੈਂਟ ਆਂਦਾ ਹੈ, ਤੁਸੀਂ ਉਹਨੂੰ ਬਿੱਲ ਕਿਉਂ ਨਹੀਂ ਦਿੰਦੇ ਜਾਂ ਉਹਨੂੰ ਲਿਖ ਕੇ ਕਿਉਂ ਨਹੀਂ ਦਿੰਦੇ ਵੀ ਤੇਰੀ ਦਵਾਈ ਕਿੰਨੇ ਦੀ ਹੈ? ਸਰ ਉਹਨੂੰ ਕਹਿ ਦਿੰਦੇ। ਮੈਂ ਤੁਹਾਨੂੰ ਉਹੀ ਦੱਸ ਰਿਹਾ ਜੀ ਸਰ, ਜੇ ਜੋ ਮੈਨੂੰ ਜੋ ਗਾਈਡ ਕੀਤਾ ਗਿਆ ਕਿ ਜੇ ਮੈਡੀਸਿਨ ਲਿਖੀ 1500 ਦੀ ਪਾਸ ਹੋਈ ਆ ਤੇ ਜੇ ਮੰਨ ਲਓ ਇਹਨਾਂ ਦੀ 1400 ਦੀ ਵੀ ਜਾਂਦੀ ਆ ਤੇ ਉਹ 1400 ਦਾ ਬਿੱਲ ਹੀ ਅੱਗੇ ਪਾਸ ਹੋਣਾ। ਕਸਟਮਰ ਨੂੰ ਸਾਨੂੰ ਦੱਸਣ ਦਾ ਮੈਨੂੰ ਨਹੀਂ ਕੋਈ ਇਸ ਚੀਜ਼ ਦਾ ਪਤਾ ਜੀ। ਇਹਨੂੰ ਪਤਾ ਹੋਣਾ ਚਾਹੀਦਾ ਨਾ ਵੀ ਤੁਸੀਂ ਆਪ ਗਾਹਕ ਹੋ, ਤੁਸੀਂ ਕਿਤੇ ਸਮਾਨ ਲੈਣ ਜਾਂਦੇ ਹੋ, ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਕਿੰਨੇ ਦਾ ਸਮਾਨ ਖਰੀਦ ਰਹੇ ਹੋ। ਸਰ ਮੈਂ ਤਾਂ ਜਿਵੇਂ ਹੁਣ ਮੈਂ ਤਾਂ ਅਸੀਂ ਕਸਟਮਰ ਨੂੰ ਸੈਟੀਸਫਾਈਡ ਕਰੀਦਾ ਹੀ ਭਾਈ ਇਹ ਤੁਹਾਡੀ ਇੰਨੇ ਤੱਕ ਦੀ ਦਵਾਈ ਆ। ਜੇ ਉੱਪਰ ਲੱਗਦੇ ਆ ਪੈਸੇ ਅਸੀਂ ਉਹਨਾਂ ਕੋਲ ਲੈ ਲੈਂਦੇ ਆ। ਜੇ ਸਾਡੇ ਕੋਲ ਕੋਈ ਬਿੱਲ ਮੰਗਦਾ ਤੇ ਅਸੀਂ ਕਹਿੰਦੇ ਸਰ ਤੁਹਾਨੂੰ 1500 ਤੱਕ ਦਾ ਬਿੱਲ ਨਹੀਂ ਮਿਲੇਗਾ, ਉੱਪਰ ਜੇ ਤੁਹਾਡੀ ਪੇਮੈਂਟ ਲੱਗੀ ਉਹਦੇ ਤੁਹਾਨੂੰ ਪੇਮੈਂਟ ਮਿਲ ਜਾਏਗੀ। ਲੇਕਿਨ ਇਹਦੇ ਵਿੱਚ ਕਸਟਮਰ ਨੂੰ ਵੀ ਥੋੜਾ ਕੋਆਪਰੇਟ ਕਰਨਾ ਚਾਹੀਦਾ ਸਾਡੇ ਨਾਲ। ਕਸਟਮਰ ਨਹੀਂ ਕਰਦਾ। ਸਿੰਪਲ ਕੁਐਸਚਨ ਹੈ ਵੀ ਦੇਖੋ ਤੁਸੀਂ ਕਸਟਮਰ ਮੈਂ ਨਾ ਮੈਨੂੰ ਨਹੀਂ ਪਤਾ ਤੁਸੀਂ ਕਿੰਨੇ ਦੀ ਦਵਾਈ ਦੇ, ਤੁਸੀਂ ਬਿਲਕੁਲ ਠੀਕ ਦੇ ਰਹੇ ਹੋ, ਪਰ ਮੈਨੂੰ ਕਿਸ ਤਰ੍ਹਾਂ ਪਤਾ ਚੱਲੇਗਾ ਵੀ ਤੁਸੀਂ ਦਵਾਈ 1500 ਦੀ ਦਿੱਤੀ, 2500 ਦਿੱਤੀ ਜਾਂ 500 ਦੀ ਦਿੱਤੀ, ਜਿੰਨਾ ਚਿਰ ਤੁਸੀਂ ਉਹਨੂੰ ਲਿਖ ਕੇ ਨਹੀਂ ਦਿਓਗੇ? ਸਰ ਇਸ ਚੀਜ਼ ਦਾ ਮੈਨੂੰ ਕੋਈ ਪਤਾ ਨਹੀਂ ਕਿ ਅਸੀਂ ਕਸਟਮਰ ਨੂੰ ਦੇਣਾ ਕਿ ਨਹੀਂ ਦੇਣਾ। ਸਾਨੂੰ ਇੰਨਾ ਪਤਾ ਕਿ ਸਾਨੂੰ ਜੋ ਮੈਨੂੰ ਪਤਾ ਕਿ ਹਾਂ ਵੀ ਜੇ ਸਾਨੂੰ 1500 ਦੀ ਪਾਸ ਹੋਈ ਆ, ਜੇ ਇਹਨਾਂ ਨੂੰ ਮੰਨ ਲਓ 1000 ਦੀ 1100 ਦੀ ਵੀ ਇਹਨਾਂ ਦੀ ਦਵਾਈ ਗਈ ਹੈ ਨਾ, ਉਹ ਬਿੱਲ गवर्नमेंट ਨੂੰ जाना। ये देखिए इनका कहना है कि जो मेरा जो बिल देना बनता है वो सरकार को देना बनता है, मरीज को बिल नहीं दिया जाएगा। हम बात करेंगे
हम अब बात करेंगे मेडिकल सुपरिटेंडेंट के साथ कि उनका क्या कहना है। हमारे साथ हैं गुरु नानक देव अस्पताल के मेडिकल सुपरिटेंडेंट डॉक्टर के.डी. सिंह, उनसे बात करते हैं। डॉक्टर साहब सत श्री अकाल जी। ਸਤਿ ਸ਼੍ਰੀ ਅਕਾਲ ਭੰਡਾਰੀ ਸਾਹਿਬ। ਡਾਕਟਰ ਸਾਹਿਬ ਇੱਕ ਬੜਾ ਇਸ਼ੂ ਆ ਰਿਹਾ ਜੀ, ਪੇਸ਼ੈਂਟ ਐਡਮਿਟ ਹੁੰਦਾ ਆਯੁਸ਼ਮਾਨ ਦਾ, ਅੰਦਰੋਂ ਜਿਹੜਾ ਐਮਰਜੈਂਸੀ ਜਿਹੜਾ ਸਟੋਰ ਹੈ ਉੱਥੇ ਪੇਸ਼ੈਂਟ ਮੈਡੀਸਨ ਲੈਣ ਜਾਂਦਾ ਹੈ, ਉਹਨੂੰ ਬਿੱਲ ਨਹੀਂ ਦਿੱਤਾ ਜਾਂਦਾ। ਇਹ ਕਿਆ ਗੋਲਮਾਲ ਚੱਲ ਰਿਹਾ ਜੀ ਸਾਰਾ? ਭੰਡਾਰੀ ਸਾਹਿਬ ਇਸ ਤਰ੍ਹਾਂ ਹੈਗਾ, ਜਿਹੜਾ ਅੰਦਰ ਦੁਕਾਨ ਹੈਗੀ ਹੈ ਉਹ ਦੈਟ ਇਜ਼ ਨਾਟ ਐਨ ਆਥੋਰਾਈਜ਼ਡ ਬਾਈ ਅਸ। ਸਾਡਾ ਆਲਰੇਡੀ ਇਹਦੇ ਨਾਲ ਕਾਫੀ ਝਗੜਾ ਚੱਲ ਰਿਹਾ ਹੈ, ਕੋਰਟ ਕੇਸਿਸ ਵੀ ਚੱਲ ਰਹੇ ਨੇ। ਇਸੇ ਚੀਜ਼ ਤੋਂ ਪਰੇਸ਼ਾਨ ਹੋ ਕੇ ਫਿਰ ਅਸੀਂ ਹੁਣ ਸੋਚ ਰਹੇ ਸੀਗੇ, ਇੱਕ ਤਾਂ ਜਨ ਔਸ਼ਧੀ ਦਾ ਸੋਚ ਰਹੇ ਹਾਂ ਅਤੇ ਦੂਸਰਾ ਇਹਦੇ ਨਾਲ ਇੱਕ ਹੋਰ ਸ਼ਾਪ ਹੈਗੀ ਹੈ, ਉਹਦੀ ਵੀ ਈ ਆਕਸ਼ਨ ਦਾ ਕੰਮ ਜਿਹੜਾ ਹੈਗਾ ਉਹ ਟੈਂਡਰ ਪ੍ਰੋਸੈਸ ਉਹਦਾ ਸ਼ੁਰੂ ਕਰ ਦਿੱਤਾ। ਅੱਛਾ ਨਹੀਂ ਡਾਕਟਰ ਸਾਹਿਬ ਦੇਖੋ, ਪੇਸ਼ੈਂਟ ਨੂੰ ਬਿੱਲ ਤਾਂ ਦੇਣਾ ਚਾਹੀਦਾ ਨਾ ਜੀ। ਕੋਈ ਵੀ ਮੈਡੀਸਿਨ ਦਿੰਦੇ ਆ 1500 ਰੁਪਇਆ ਤੁਸੀਂ ਪਰ ਡੇ ਜਿਹੜਾ ਆਯੁਸ਼ਮਾਨ ਦੇ ਪੇਸ਼ੈਂਟ ਨੂੰ ਗਵਰਨਮੈਂਟ ਦਿੰਦੀ ਹੈ, ਅਤੇ ਪੇਸ਼ੈਂਟ ਨੂੰ ਕਿਆ ਪਤਾ ਲੱਗੇਗਾ ਜੀ ਪੇਸ਼ੈਂਟ ਇਹਨੂੰ 300 ਰੁਪਏ ਦੀ ਦਵਾਈ ਦੇ ਰਿਹਾ ਜਾਂ ਪੇਸ਼ੈਂਟ ਨੂੰ ਇਹ 200 ਦੀ ਦਵਾਈ ਦੇ ਰਿਹਾ ਜਾਂ 1500 ਦੀ ਦਵਾਈ ਦੇ ਰਿਹਾ? ਬਿਲਕੁਲ ਦੇਣਾ ਚਾਹੀਦਾ ਜੀ, ਜੇ ਨਹੀਂ ਦੇ ਰਿਹਾ ਤਾਂ ਗਲਤ ਚੀਜ਼ ਹੈਗੀ ਹੈ। ਬਿਲਕੁਲ ਇਹ ਸਾਡੇ ਅਸੀਂ ਤਾਂ ਵੈਸੇ ਇਹਨੂੰ ਆਥੋਰਾਈਜ਼ ਨਹੀਂ ਕੀਤਾ ਹੋਇਆ ਕਿ ਤੁਹਾਨੂੰ ਲੈਣੀ ਚਾਹੀਦੀ ਹੈ ਦਵਾਈ। ਤੇ ਡਾਕਟਰ ਫਿਰ ਇਹ ਬੈਠਾ ਤੇ ਪ੍ਰੀਮਿਸ 'ਚ ਹੋਇਆ ਨਾ ਜੀ, ਲੋਕਾਂ ਨੂੰ ਤਾਂ ਪਤਾ ਨਹੀਂ ਹੈ ਪ੍ਰੀਮਿਸ 'ਚ ਬੈਠਾ ਤੇ ਪ੍ਰੀਮਿਸ ਦਾ ਮਿਸਯੂਜ਼ ਕਰ ਰਿਹਾ ਦਾ ਮਤਲਬ ਹੈ। ਬਿਲਕੁਲ ਮਿਸਯੂਜ਼ ਕਰ ਰਿਹਾ ਜੀ, ਅਸੀਂ ਤਾਂ ਇਹਦੇ ਉੱਤੇ ਕੇਸ ਕੀਤਾ ਹੋਇਆ ਇਸੇ ਕਰਕੇ। ਅਤੇ ਡਾਕਟਰ ਸਾਹਿਬ ਇਹਦਾ ਕਿਰਾਇਆ ਦੇ ਰਿਹਾ ਹੈ? ਨਹੀਂ ਦੇ ਰਿਹਾ ਜੀ, ਇਸੇ ਕਰਕੇ ਤਾਂ ਕੇਸ ਕੀਤਾ ਹੋਇਆ ਦਾ। ਸਰਕਾਰ ਸਰ ਇੰਨੀ ਕਮਜ਼ੋਰ ਹੈ ਕਿ ਆਪਣੇ ਸਰਕਾਰੀ ਹਸਪਤਾਲ ਦੇ ਵਿੱਚ ਹੀ ਬੰਦਾ ਬੈਠਾ ਜਿਹੜਾ ਪੈਸਾ ਨਹੀਂ ਦੇ ਰਿਹਾ ਉਹਨੂੰ ਬਾਹਰ ਨਹੀਂ ਕੱਢ ਰਹੀ। ਦੇਖੋ ਕੇਸ ਚੱਲ ਰਿਹਾ, ਜਿਹੜੇ ਕੋਰਟ ਕੇਸਿਸ ਹੁੰਦੇ ਆ ਤੁਹਾਨੂੰ ਪਤਾ ਹੀ ਹੈ ਉਹ ਟਾਈਮ ਲੈਂਦੇ ਆ। ਗਵਰਨਮੈਂਟ ਤਾਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੀ ਹੈ, ਪਰ ਕੋਰਟ ਜਦੋਂ ਤੱਕ ਉਹਦਾ ਡਿਸੀਜਨ ਨਹੀਂ ਦਿੰਦਾ ਉਨੀ ਦੇਰ ਤੱਕ ਗਵਰਨਮੈਂਟ ਵੀ ਕੁਝ ਨਹੀਂ ਕਰ ਸਕਦੀ। ਤੇ ਡਾਕਟਰ ਸਾਹਿਬ ਤੁਸੀਂ ਪੇਸ਼ੈਂਟ ਨੂੰ ਕੀ ਗਾਈਡ ਕਰੋਗੇ ਵੀ ਹੁਣ ਜਿਵੇਂ ਪੇਸ਼ੈਂਟ ਅੰਦਰ ਐਡਮਿਟ ਨੇ ਆਯੁਸ਼ਮਾਨ ਦੇ, ਤਾਂ ਫਿਊਚਰ 'ਚ ਉਹ ਕੀ ਕਰਨ ਅਤੇ ਸਰ ਕਿਸ ਤਰ੍ਹਾਂ ਉਹ ਮੈਡੀਸਨ ਬਾਹਰੋਂ ਲੈਣ ਜੀ, ਤਾਂ ਕਿ ਪੇਸ਼ੈਂਟ ਦਾ ਨੁਕਸਾਨ ਨਾ ਹੋਏ ਅਤੇ ਸਰਕਾਰ ਵੀ ਜੋ ਫੈਸਿਲਿਟੀ ਦੇਣਾ ਚਾਹ ਰਹੀ ਹੈ ਪੇਸ਼ੈਂਟਸ ਨੂੰ ਉਹ ਪੂਰੀ ਫੈਸਿਲਿਟੀ ਉਹਨੂੰ ਮਿਲੇ ਜੀ। ਹਰ ਵਾਰਡ ਦੇ ਵਿੱਚ ਹਰ ਨਰਸਿੰਗ ਸਿਸਟਰ ਨੂੰ, ਹਰ ਜਿਹੜਾ ਯੂਨਿਟ ਇੰਚਾਰਜ ਹੈ ਉਹਨੂੰ ਇਹ ਦੱਸਿਆ ਗਿਆ ਹੋਇਆ ਹੈ। ਕਾਫੀ ਦੇਰ ਤੋਂ ਇਹ ਚੀਜ਼ ਚੱਲ ਰਹੀ ਹੈ ਕਿ ਜੋ ਵੀ ਕੈਮਿਸਟ ਸ਼ਾਪ ਜਿਹੜੀ ਹੈਗੀ ਹੈ ਉਹ 45% ਤੋਂ ਜ਼ਿਆਦਾ ਡਿਸਕਾਊਂਟ ਰੇਟ ਦਿੰਦੀ ਪਈ ਹੈ, ਉਹਦੇ ਤੋਂ ਉਹ ਲੈ ਸਕਦੇ ਹੈ ਦਵਾਈ। ਅੱਛਾ ਸਰ, ਉਹ ਮਤਲਬ ਕਿਸੇ ਵੀ ਬਾਹਰੋਂ ਪ੍ਰੈਮਿਸਿਸ 'ਚ 45% ਲੈਸ ਕਿਤੇ ਵੀ ਲੈ ਸਕਦਾ ਜੀ? ਹਾਂਜੀ ਹਾਂਜੀ ਬਿਲਕੁਲ ਲੈ ਸਕਦੇ ਅਤੇ ਉਹਦਾ ਬਿੱਲ ਸਰ ਉਹ ਪੇ ਕਰਨਾ ਪਏਗਾ ਉਹਨੂੰ? ਹਾਂਜੀ, ਉਹਦਾ ਉਹ ਬਿੱਲ ਲੈਣ ਅਤੇ ਉਹ ਜਿਹੜਾ ਬਿੱਲ ਹੈਗਾ ਉਹ ਫਿਰ ਰੀਇੰਬਰਸਮੈਂਟ ਨਾਲ ਹੋ ਜਾਂਦੀ ਹੈ। ਪੇਸ਼ੈਂਟ ਨੂੰ ਫਿਰ ਤੁਸੀਂ ਕੈਸ਼ ਰਿਮਰਸ ਕਰਦੇ ਹੋ ਜਾਂ ਪੇਸ਼ੈਂਟ ਦੇ ਖਾਤੇ ਜਾਂ? ਨਹੀਂ, ਉਹਨਾਂ ਨੂੰ ਪੇ ਨਹੀਂ ਕਰਨਾ ਪੈਂਦਾ, ਪੇਸ਼ੈਂਟ ਨੂੰ ਪੇ ਨਹੀਂ ਕਰਨਾ ਪੈਂਦਾ। ਜਿਹੜੀ ਉਹ ਪੇਮੈਂਟ ਹੈਗੀ ਹੈ ਉਸ ਜਿੱਥੋਂ ਦਵਾਈ ਲੈਂਦੇ ਆ ਉਹਨਾਂ ਨੂੰ ਜਾਂਦੀ ਹੈ। ਅੱਛਾ ਡਾਕਟਰ ਸਾਹਿਬ, ਕੋਈ ਇਸ ਤਰ੍ਹਾਂ ਦੀ ਰਿਸਟ੍ਰਿਕਸ਼ਨ ਲਾਓਗੇ ਵੀ ਜਿਵੇਂ ਅੰਦਰ ਪੇਸ਼ੈਂਟ ਬੈਠਾ ਹੈ, ਜਿਵੇਂ ਪੈਸੇ ਲੈ ਰਿਹਾ ਕਿਸੇ ਕੋਲੋਂ, ਅੱਧੀ ਦਵਾਈ ਦਿੰਦਾ ਮਰਜ਼ੀ ਨਾਲ, ਅੱਧੀ ਕਹਿੰਦਾ ਤੁਸੀਂ ਬਾਹਰੋਂ ਲੈ ਲਓ, ਮਰੀਜ਼ ਨੂੰ ਬਾਹਰੋਂ ਪੈਸੇ ਖਰਚ ਕਰਨੇ ਪੈ ਰਹੇ ਨੇ, ਅਤੇ ਫਿਊਚਰ 'ਚ ਇਸ ਤਰ੍ਹਾਂ ਦੀ ਪ੍ਰੋਬਲਮਸ ਨੂੰ ਸੌਰਟ ਆਊਟ ਕਰਨ ਵਾਸਤੇ ਕਿਆ ਪ੍ਰੀਵੈਂਟਿਵ ਮੇਅਰ ਲੈ ਜਾਣਗੇ ਐਡਮਿਨਿਸਟ੍ਰੇਸ਼ਨ ਵੱਲੋਂ? ਇਸੇ ਲਈ ਅਸੀਂ ਜਿਹੜੀ ਉਹਦੇ ਨਾਲ ਇੱਕ ਹੋਰ ਸ਼ਾਪ ਹੈਗੀ ਹੈ, ਇੱਕ ਖਾਲੀ ਹੈਗੀ, ਉਹਨੂੰ ਅਸੀਂ ਉਹਦਾ ਈ ਆਕਸ਼ਨ ਦਾ ਪ੍ਰੋਸੈਸ ਸ਼ੁਰੂ ਕੀਤਾ ਹੈ। ਉਸ ਤੋਂ ਇਲਾਵਾ ਅਸੀਂ ਜਨ ਔਸ਼ਧੀ ਦਾ ਵੀ ਜਿਹੜਾ ਹੈਗਾ ਉਹ ਸਟੋਰ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਰ ਉਹ ਤਾਂ ਜਦੋਂ ਖੁੱਲ੍ਹੇਗਾ ਉਦੋਂ ਖੁੱਲ੍ਹੇਗਾ, ਵੀ ਜਦੋਂ ਫਿਲਹਾਲ ਇਮੀਡੀਏਟ ਕਿਆ ਐਕਸ਼ਨ ਲਓਗੇ ਤੁਸੀਂ? ਕੋਈ ਵਾਰਡ ਨੂੰ ਕੋਈ ਲੈਟਰ ਲਿਖੋਗੇ ਵੀ ਪੇਸ਼ੈਂਟ ਨੂੰ ਉੱਥੇ ਹੀ ਐਜੂਕੇਟ ਕਰਕੇ ਭੇਜਿਆ ਜਾए? ऑलरेडी ਅਸੀਂ ਭੇਜ चुके हैं ये लेटर्स। देखिए डॉक्टर के.डी. सिंह है, इनका कहना है कि वो हमारे प्रीमिसेस में ज़रूर बैठा हुआ है, लेकिन वो हमारा आधिकारिक तौर पर ये जो है टेनेंट नहीं है, उसके साथ हमारा कोर्ट केस चल रहा है, और अगर वो मरीज़ को दवाई देता है और उसका बिल नहीं देता तो ये बहुत ही गलत बात है। इसके बारे में अब एक्सप्लेनेशन कॉल की जाएगी या नहीं की जाएगी ये तो भविष्य के घर में है, लेकिन हमारा मकसद इतना है कि यदि सरकार आयुष्मान में मरीजों को जो सुविधा दे रही है, यदि उनका लाभ लोगों को नहीं मिल रहा है और कोई सरकारी अस्पताल की इमारत में बैठकर नियमों का उल्लंघन कर रहा है, तो उसके खिलाफ सरकार या प्रशासन क्या कार्रवाई कर रहा है? आखिरकार सब मौन क्यों हैं? हमारी कैबिनेट मंत्री और मेडिकल रिसर्च एजुकेशन विभाग के मंत्री ओम प्रकाश सोनी से भी दरख्वास्त है इस मैटर को वो सीरियसली लें और जो भी इसका हल हो सकता है जल्द से जल्द इसका हल निकालें, ताकि मरीजों के साथ मरीजों का शोषण ना हो सके। हाँ जी डॉक्टर साहब। ਮੰਤਰੀ ਸਾਹਿਬ ਦੇ ਧਿਆਨ ਦੇ ਵਿੱਚ ਵੀ ਇਹ ਗੱਲ ਲਿਆਂਦੀ ਹੈ, ਉਹਨਾਂ ਨੇ ਵੀ ਇਹਦਾ ਸਖਤ ਨੋਟਿਸ ਲਿਆ ਹੈ ਅਤੇ ਉਹਨਾਂ ਨੇ ਜਿੰਨੀਆਂ ਵੀ ਕੋਰਟ ਕੇਸਿਸ ਇਹਦੇ ਚੱਲ ਰਹੇ ਨੇ ਉਹਨਾਂ ਬਾਰੇ ਸਖਤ ਕਿਹਾ ਹੈ ਕਿ ਇਸ ਚੀਜ਼ ਨੂੰ जल्दी तो जल्दी सॉर्ट आउट किया जाए। देखिए इनका कहना है कि जो मेडिकल रिसर्च एंड एजुकेशन विभाग के मंत्री ओम प्रकाश सोनी वो भी इसका सख्त नोटिस ले रहे हैं, क्योंकि अस्पताल के अंदर इस तरह का काम करने की किसी को भी इजाज़त नहीं दी जाएगी। डॉक्टर बहुत अच्छा ट्रीट कर रहे हैं, बट इतने दुकाना कुछ नेक्सस बनाया अंदर ही है, दुकान बाहरों चीज 1500 की अंदरों चीज 1500 की बाहरों 500 की मिल रही है,
ਪ੍ਰਸ਼ਾਸਨ ਇਹਨਾਂ ਬੇਬਸ ਕਿਉਂ ਹੈ ਉਸ ਦੁਕਾਨਦਾਰ ਦੇ ਅੱਗੇ ਜਦਕਿ ਉਹ ਤੁਹਾਡੇ ਪ੍ਰਿੰਸਿਪਲ ਦੇ ਵਿੱਚ ਬੈਠਾ ਹੋਇਆ ਹੈ। ਮੈਂ ਆਲਰੇਡੀ ਹਦਾਇਤਾਂ ਕੀਤੀਆਂ ਨੇ, ਪ੍ਰਿੰਸੀਪਲ ਨੂੰ ਕਿਹਾ, ਐਮਐਸ ਨੂੰ ਕਿਹਾ, ਇਹ ਜੇ ਮਾੜੇ ਬੰਦੇ ਨੇ ਜਿਹੜੇ ਗਰੀਬਾਂ ਨਾਲ ਧੱਕਾ ਕਰਦੇ ਨੇ, ਪਹਿਲਾ ਜੋ ਨੰਬਰ ਇਹ ਆ ਵੀ ਉਹਨਾਂ ਨੂੰ ਪਰਮਾਤਮਾ ਸਾਰਾ ਕੁਝ ਵੇਖਦਾ, ਇਹ ਵੀ ਲੋਕਾਂ ਨੂੰ ਪਰਮਾਤਮਾ ਮਾਫ ਨਹੀਂ ਕਰੂਗਾ ਜਿਹੜੇ ਗਰੀਬਾਂ ਨਾਲ ਧੱਕਾ ਕਰਦੇ। ਦੂਜਾ ਮੈਂ ਹਦਾਇਤਾਂ ਕੀਤੀਆਂ ਨੇ ਇਹਨਾਂ ਨੂੰ ਵੀ ਇਹਨਾਂ ਨੂੰ ਕੱਢੋ, ਜਿਹੜੇ ਸਟੇ ਲੈ ਕੇ ਬੈਠੇ ਨੇ ਕੋਟਾ ਦਾ। ਮੈਂ ਡੀ ਸਾਹਿਬ ਨੂੰ ਕਿਹਾ ਕਿ ਇਹ ਸਾਰਾ ਡੀ ਸਾਹਿਬ ਆਪ ਵੇਖ ਰਹੇ ਨੇ, ਜਿਹੜੇ ਸਟੇ ਸਕੂਲ ਲੈ ਕੇ ਬੈਠੇ ਨੇ ਇਹਨਾਂ ਦਾ ਫੈਸਲਾ ਜਲਦੀ ਹੋ। तो सर जिवें पटियाला अपनी आप खुद चला रहे हैं जी, पटियाला मेडिकल कॉलेज वाले जन औषधि आप चला रहे हो, कोई इस तरह का प्रोविजन नहीं किया जा सकता मेडिकल कॉलेज कुछ स्टाफ रिक्रूट करता जाए कि आप वो गुरु नानक दे हॉस्पिटल के पेशेंट ਜਿਹੜੇ ਆਉਂਦੇ ਆ ਉਹਨਾਂ ਨੂੰ ਆਪ ਰਨ ਕਰਨ, ਕਿਉਂਕਿ ਅਸੀਂ ਕਰ ਰਹੇ ਜੀ। ਵੇਖੋ, ਸਭ ਤੋਂ ਪਹਿਲਾਂ ਧਿਆਨ ਦਿਓ ਸਾਰੇ ਦਾ ਕਰੋਨਾ ਵੱਲ। ਹੁਣ ਅਸੀਂ ਇਸ ਬੰਨੇ ਜਿਹੜਾ ਧਿਆਨ ਦਿੱਤਾ, ਆਲਰੇਡੀ ਅਸੀਂ ਪੰਜਾਬ ਲੈਵਲ ਤੇ ਮੈਂ ਮੀਟਿੰਗ ਕੀਤੀ ਆ, ਜਿੱਦੇ ਵੀ ਸਾਡੇ ਮੈਡੀਕਲ ਕਾਲਜ ਨੇ, ਹਸਪੀਟਲ ਨੇ, ਇਹ ਸਾਰਾ ਸਿਸਟਮ ਜਿਹੜਾ ਜਲਦੀ ਅਸੀਂ ਠੀਕ ਕਰ ਰਹੇ ਆ। ਅਸੀਂ ਜਿਹੜੀਆਂ ਇੱਥੇ ਸਰਕਾਰੀ ਜਿਹੜੀਆਂ ਕੋਈ ਸ਼ਾਪ ਜਿਹੜੀਆਂ ਮੈਡੀਕਲ ਕਰਦੀਆਂ ਉਹ ਹੀ ਹੋਣਗੀਆਂ ਜਿਹੜੀਆਂ ਬਿਲਕੁਲ ਕੰਟਰੋਲ ਰੇਟ ਤੇ, ਜਿਹੜੀਆਂ 50% ਲੈਸ ਵਾਲੀਆਂ ਜਿਹੜੀਆਂ ਉਹ ਮੈਡੀਸਨ ਇੱਥੋਂ ਮਿਲਦੀ। अमृतसर से D4 न्यूज़ के लिए दीपक भंडारी की खास रिपोर्ट।